ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਇਕ ਪਛਾਣੂ ਜੀ ਕਾ ਇਕੋ ਰਖਣ ਹਾਰ। ਇਕ ਸਕਾ ਮਨ ਆਸਰਾ ਇਕੋ ਪ੍ਰਾਣ ਆਧਾਰ। ਇਕ ਪਛਾਣੂ ਜੀ ਕਾ ਇਕੋ ਰਖਣ ਹਾਰ। ਇਕ ਸਕਾ ਮਨ ਆਸਰਾ ਇਕੋ ਪ੍ਰਾਣ ਆਧਾਰ। ਤਿਸ ਸ਼ਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲ ਉਪਾਵ ਤਿਆਗ। ਗੁਰਪੂਰਾ ਆਰਾਧ ਨਿਤ ਇਕਸ ਕੇ ਲਿਵ ਲਾਗ। ਰਹਾਉ ਇਕੋ ਭਾਈ ਮਿਤ ਇਕੋ ਮਾਤ ਪਿਤਾ। ਇਕਸ ਕੇ ਮਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ। ਸੋ ਪ੍ਰਭ ਮਨਹੁ ਨ ਵਿਸਰੈ ਜਿਨ ਸਭ ਕਿਛ ਵਸ ਕੀਤਾ। ਘਰ ਇਕੋ ਬਾਹਰ ਇਕੋ ਥਾਨ ਥਨੰਤਰ ਆਪ। ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ। ਇਕਸ ਸੇਤੇ ਰਤਿਆ ਨਾ ਹੋਵੀ ਸੋਗ ਸੰਤਾਪ। ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਇ। ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ। ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ। ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ। ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾ। ਇਕ ਪਛਾਣੂ ਜੀ ਕਾ ਇਕੋ ਰਖਣ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਡੇ ਜੀਵਨ ਦੀ ਸਫਲਤਾ ਕਿਸ ਤਰ੍ਹਾਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਇੱਕੋ ਹੀ ਸਾਨੂੰ ਉਪਦੇਸ਼ ਦਿੱਤਾ ਹੈ, ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਆਰਾਧ ਨਿਤ, ਇਕਸ ਕੀ ਲਿਵ ਲਾਗ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਮੇਰੇ ਐ ਮੇਰੇ ਮਨ, ਸਗਲ ਉਪਾਵ ਤਿਆਗ, ਤੂੰ ਹੋਰ ਸਾਰੇ ਹੀ ਯਤਨ ਪ੍ਰਯਤਨ ਆਹਰ ਪਾਹਰ ਕਰ ਰਿਹਾ ਹੈ, ਉਹਨਾਂ ਨੂੰ ਛੱਡ। ਤੇ ਫਿਰ ਮਹਾਰਾਜ ਮੈਂ ਕੀ ਕਰਾਂ। ਗੁਰ ਪੂਰਾ ਆਰਾਧ ਨਿਤ, ਇਕਸ ਕੀ ਲਿਵ ਲਾਗ। ਜੇ ਤੂੰ ਚਾਹੁੰਦਾ ਮੇਰੇ ਜੀਵਨ ਦੀ ਸਫਲਤਾ ਹੋਵੇ, ਹਾਜ਼ੂਰ ਕਹਿੰਦੇ ਫਿਰ ਗੁਰ ਪੂਰਾ ਆਰਾਧ ਨਿਤ, ਪੂਰੇ ਗੁਰੂ ਨੂੰ ਹਮੇਸ਼ਾ ਲਈ ਚੇਤੇ ਕਰ। ਹਰ ਵੇਲੇ ਗੁਰੂ ਦਾ ਧਿਆਨ ਤੇਰੇ ਮਨ ਵਿੱਚ ਵਸਿਆ ਰਵੇ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਤੇਰੀ ਐਸੀ ਅਵਸਥਾ ਬਣ ਜਾਵੇ, ਗੁਰ ਪੂਰਾ ਆਰਾਧ ਨਿਤ, ਤੂੰ ਹਮੇਸ਼ਾ ਲਈ ਪੂਰੇ ਗੁਰੂ ਦੀ ਆਰਾਧਨਾ ਕਰ। ਇਕਸ ਕੀ ਲਿਵ ਲਾਗ, ਤੇ ਇੱਕ ਵਾਹਿਗੁਰੂ ਪਰਮੇਸ਼ਰ ਦੀ ਲਿਵ ਤੇਰੇ ਮਨ ਵਿੱਚ ਲੱਗ ਜਾਵੇਗੀ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਅੱਠੇ ਪੈਰ ਗੁਰੂ ਦਾ ਸਿਮਰਨ ਕਰਦਾ ਹੈ, ਫਿਰ ਉਹਦੇ ਮਨ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਲਿਵ ਲੱਗ ਜਾਂਦੀ ਹੈ। ਅੱਠੇ ਪਹਿਰ ਇੱਕ ਤੈ ਲਿਵੈ, ਮਨ ਨੇਨ ਹੁਕਮ ਆਪਾਰ। ਲਿਵ ਤੋਂ ਮੁਰਾਦ ਹੈ ਤੇਲ ਤਾਰਾਵਤ ਚਿਤ ਬਿਰਤੀ ਦਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜੁੜੇ ਰਹਿਣਾ। ਇਹ ਜਿਹੜੀ ਐਸੀ ਲਿਵ ਹੈ, ਉਹ ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਤੇਰੀ ਲੱਗ ਜਾਵੇਗੀ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ। ਗੁਰਮੁਖਾ ਇਸ ਗੱਲ ਨੂੰ ਯਾਦ ਰੱਖ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਤੇਰੇ ਜੀ ਦਾ ਪਛਾਣੂ ਹੈ। ਪਛਾਣੂ ਤੋਂ ਮੁਰਾਦ ਹੈ ਤੇਰੇ ਦਿਲ ਦਾ ਭੇਤੀ ਹੈ, ਤੇਰੇ ਦਿਲ ਦਾ ਮਹਿਰਮ ਹੈ। ਜੋ ਵੀ ਤੂੰ ਕੁਝ ਮਨ ਵਿੱਚ ਸੋਚਦਾ ਹੈ, ਚਿਤਵਦਾ ਹੈ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਹੁਣ ਜਿਹੜਾ ਤੇਰੇ ਦਿਲ ਦਾ ਭੇਤੀ ਹੋਵੇ, ਉਸ ਤੋਂ ਤੂੰ ਕੁਝ ਵੀ ਛੁਪਾ ਕੇ ਨਹੀਂ ਰੱਖ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਇੱਕ ਦੇ ਨਾਲ ਜੁੜ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਤੇਰੇ ਜੀ ਦਾ, ਤੇਰੇ ਮਨ ਦਾ, ਤੇਰੇ ਦਿਲ ਦਾ ਭੇਤੀ ਵੀ ਹੈ। ਇੱਕੋ ਰੱਖਣਹਾਰ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਲੋਕ ਤੇ ਪਰਲੋਕ ਵਿੱਚ ਤੇਰੀ ਰੱਖਿਆ ਕਰਨ ਵਾਲਾ ਹੈ। ਇਕਸ ਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਹੀ ਅਕਾਲ ਪੁਰਖ ਵਾਹਿਗੁਰੂ ਦਾ ਮਨ ਦੇ ਵਿੱਚ ਆਸਰਾ ਹੈ। ਇਹਦਾ ਮਤਲਬ ਇਹ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੀ ਅਸਾਂ ਮਨ ਵਿੱਚ ਧਾਰਨ ਕੀਤਾ ਹੈ। ਇੱਕੋ ਪ੍ਰਾਣ ਆਧਾਰ, ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਡੇ ਪ੍ਰਾਣਾਂ ਦਾ ਵੀ ਆਸਰਾ ਹੈ। ਕਿਉਂਕਿ ਪ੍ਰਾਣ ਸਾਡੇ ਜੀਵਨ ਦਾ ਆਧਾਰ ਹਨ ਤੇ ਸਾਡੇ ਪ੍ਰਾਣਾਂ ਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਿਸ ਸਰਣਾਏ ਸਦਾ ਸੁਖ
ਪਾਰ ਬ੍ਰਹਮ ਕਰਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਸਦਾ ਸੁਖ ਤੈਨੂੰ ਸदैवी ਸੁਖ ਪ੍ਰਾਪਤ ਹੋ ਸਕਦਾ ਹੈ। ਪਾਰ ਬ੍ਰਹਮ ਕਰਤਾਰ ਉਹ ਅਕਾਲ ਪੁਰਖ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਤੇ ਕਰਤਾਰ ਸਿਰਜਣਹਾਰ ਹੈ। ਤੂੰ ਉਹਦੀ ਸ਼ਰਨ ਲੈ, ਉਹਦੀ ਸ਼ਰਨ ਵਿੱਚ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਸਕਦਾ ਹੈ। ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਆਰਾਧ ਨਿਤ, ਇਕਸ ਕੀ ਲਿਵ ਲਾਗ ਰਹਾਉ। ਇਕੋ ਭਾਈ ਮਿਤ ਇੱਕ, ਇਕੋ ਮਾਤ ਪਿਤਾ। ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ। ਇਹਨਾਂ ਪੰਕਤੀਆਂ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਹੈ ਕਿ ਐ ਮੇਰੇ ਮਨ, ਤੂੰ ਹੋਰ ਸਾਰੇ ਹੀ ਉਪਾਉ ਯਤਨ ਕਰਨੇ ਛੱਡ, ਹਮੇਸ਼ਾ ਪੂਰੇ ਗੁਰੂ ਨੂੰ ਚੇਤੇ ਕਰ ਤੇ ਇੱਕ ਵਾਹਿਗੁਰੂ ਦੀ ਲਿਵ ਤੇਰੇ ਮਨ ਵਿੱਚ ਲੱਗ ਜਾਵੇਗੀ, ਕਿਉਂਕਿ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਅਸਲੀ ਲਿਵ ਲੱਗਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਇੱਕੋ ਪਾਈ ਮਿਤ ਇੱਕ, ਐ ਮਨਾ ਸਾਡਾ ਇੱਕੋ ਹੀ ਭਰਾ ਹੈ। ਉਹ ਕੌਣ? ਅਕਾਲ ਪੁਰਖ ਵਾਹਿਗੁਰੂ। ਮਿਤ ਇੱਕ, ਇੱਕੋ ਹੀ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਮਿੱਤਰ ਹੈ। ਇੱਕੋ ਮਾਤ ਪਿਤਾ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਡਾ ਮਾਤਾ ਤੇ ਪਿਤਾ ਹੈ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਰਾਵਾਂ ਦੀ ਥਾਂ ਵੀ, ਮਿੱਤਰਾਂ ਦੀ ਥਾਂ ਵੀ, ਮਾਤਾ ਪਿਤਾ ਦੀ ਥਾਂ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਤੇ ਭਰੋਸਾ ਰੱਖਣ ਦਾ ਉਪਦੇਸ਼ ਦੇ ਰਹੇ ਹਨ। ਇਕਸ ਕੀ ਮਨ ਟੇਕ ਹੈ, ਜਿਨ ਜੀਉ ਪਿੰਡ ਦਿੱਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਨ ਵਿੱਚ ਟੇਕ ਧਾਰਨ ਕੀਤੀ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਉ ਦਾ ਅਰਥ ਹੈ ਜੀਵਨ ਵੀ ਦਿੱਤਾ ਹੈ ਤੇ ਨਾਲ ਪਿੰਡ ਸਰੀਰ ਵੀ ਦਿੱਤਾ ਹੈ। ਜੀਵਨ ਤੇ ਸਰੀਰ ਇਹ ਦੋ ਵਡਮੁੱਲੀਆਂ ਦਾਤਾਂ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਇਹ ਕੋਈ ਹੋਰ ਦੇ ਵੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਹੀ ਮਨ ਵਿੱਚ ਧਾਰਨ ਕੀਤੀ ਹੈ। ਸੋ ਪ੍ਰਭ ਮਨਹੁ ਨ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਦੇ ਵੀ ਆਪਣੇ ਮਨ ਤੋਂ ਭੁੱਲਦਾ ਨਹੀਂ ਹੈ। ਜਿਨ ਸਭ ਕਿਛ ਵਸ ਕੀਤਾ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪਣੇ ਵਸ ਕੀਤਾ ਹੋਇਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਸਾਡੇ ਮਨ ਤੋਂ ਭੁੱਲਦਾ ਨਹੀਂ ਹੈ। ਘਰ ਇੱਕੋ ਬਾਹਰ ਇੱਕੋ, ਥਾਨ ਥਨੰਤਰ ਆਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਘਰ ਦੇ ਅੰਦਰ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਬਾਹਰ ਇੱਕੋ ਤੇ ਬਾਹਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਥਾਨ ਥਨੰਤਰ ਆਪ, ਸਭ ਅਸਥਾਨਾਂ ਦੇ ਅੰਦਰ ਵੀ ਤੇ ਸਭ ਅਸਥਾਨਾਂ ਤੋਂ ਬਾਹਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਜਮੀ ਤੂੰ ਹੀ, ਜਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ। ਇਉਂ ਉਹ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ। ਜੀ ਜੰਤ ਸਭ ਜਿਨ ਕੀਏ, ਆਠ ਪਹਿਰ ਤਿਸ ਜਾਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਛੋਟੇ ਵੱਡੇ ਸਾਰੇ ਹੀ ਜੀ ਜੰਤ ਪੈਦਾ ਕੀਤੇ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵ ਜੰਤ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤੇ ਨੇ। ਆਠ ਪਹਿਰ ਤਿਸ ਜਾਪ, ਅਠੇ ਹੀ ਪਹਿਰ ਭਾਵ
24 ਘੰਟੇ ਰਾਤ ਦਿਨ ਹਰ ਵੇਲੇ ਸਾਨੂੰ ਉਸ ਵਾਹਿਗੁਰੂ ਦਾ ਹੀ ਨਾਮ ਜਪਣਾ ਚਾਹੀਦਾ ਹੈ। ਇਕਸ ਸੇ ਤੇਰਤਿਆ ਨਾ ਹੋਵੀ ਸੋਗ ਸੰਤਾਪ। ਤੇ ਮਹਾਰਾਜ ਅੱਠੇ ਪੈਰ ਨਾਮ ਜਪਣ ਦਾ ਫਲ ਕੀ ਹੋਵੇਗਾ? ਹਜ਼ੂਰ ਫਰਮਾਉਂਦੇ ਨੇ, ਇਕਸ ਸੇਤੀ ਰਤਿਆਂ, ਜਦੋਂ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਵਾਂਗੇ, ਨਾ ਹੋਵੀ ਸੋਗ ਸੰਤਾਪ, ਫਿਰ ਕਦੇ ਸਾਡੇ ਮਨ ਨੂੰ ਸੋਗ, ਅਫਸੋਸ, ਗਮ ਨਹੀਂ ਹੋਵੇਗਾ, ਤੇ ਨਾ ਹੀ ਸਾਡੇ ਮਨ ਦੇ ਵਿੱਚ ਕਦੀ ਸੰਤਾਪ ਝੋਰਾ ਹੋਵੇਗਾ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇੱਕੋ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਵ ਸ਼ਕਤੀਮਾਨ ਹੈ, ਦੂਜਾ ਨਾਹੀ ਕੋਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਸਰਵ ਸ਼ਕਤੀਮਾਨ ਹੋਰ ਕੋਈ ਵੀ ਨਹੀਂ ਹੈ। ਜੀਉ ਪਿੰਡ ਸਭ ਤਿਸ ਕਾ, ਜੋ ਤਿਸ ਭਾਵੇ ਸੋ ਹੋਏ। ਹਜ਼ੂਰ ਫਰਮਾਉਂਦੇ ਨੇ, ਜੀਉ ਦਾ ਅਰਥ ਹੈ ਜੀਵਨ, ਜਿੰਦ ਜਾਨ, ਤੇ ਪਿੰਡ ਦਾ ਅਰਥ ਹੈ ਸਰੀਰ। ਇਹ ਸਭ ਉਸ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ ਹੈ। ਜੋ ਤਿਸ ਭਾਵੈ ਸੋ ਹੋਏ। ਗੁਰਮੁਖੋ, ਜੋ ਉਸ ਨੂੰ ਪਾਉਂਦਾ ਉਹੀ ਹੁੰਦਾ ਹੈ। ਇਸ ਲਈ ਵਾਹਿਗੁਰੂ ਦੇ ਪਿਆਰੇ ਜੀਉ ਪਿੰਡ ਵਾਹਿਗੁਰੂ ਦਾ ਦਿੱਤਾ ਸਮਝ ਕੇ ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸ਼ੁਕਰਾਨਾ ਕਰਦੇ ਹਨ, ਤੇ ਨਾਲ ਹੀ ਜੋ ਤਿਸ ਭਾਵੈ ਸੋ ਹੋਏ, ਜੋ ਉਸ ਮਾਲਕ ਨੂੰ ਪਾਉਂਦਾ ਉਹੀ ਹੁੰਦਾ ਹੈ। ਇਸ ਤਰ੍ਹਾਂ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਪੂਰਾ ਭਇਆ, ਇਹ ਮਨੁੱਖ ਵੀ ਪੂਰਾ ਹੋ ਗਿਆ। ਪੂਰਾ ਕਿਵੇਂ ਹੋ ਗਿਆ? ਉਸ ਪੂਰੇ ਵਾਹਿਗੁਰੂ ਦੇ ਨਾਲ ਮਿਲ ਕੇ। ਇੱਕ ਸਾਡੇ ਆਮ ਲੋਕਾਂ ਦੇ ਵਿੱਚ ਮੁਹਾਵਰਾ ਬਣਿਆ ਹੋਇਆ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਥਵਾ ਮਰ ਜਾਂਦਾ ਹੈ ਤੇ ਅਸੀਂ ਕਹਿ ਦਿੰਦੇ ਹਾਂ ਇਹ ਪੂਰਾ ਹੋ ਗਿਆ। ਪਰ ਹਜ਼ੂਰ ਕਹਿੰਦੇ ਨਹੀਂ, ਕੋਈ ਆਦਮੀ ਅਧੂਰਾ ਮਰ ਕੇ ਕਦੇ ਵੀ ਪੂਰਾ ਨਹੀਂ ਹੋ ਸਕਦਾ। ਪੂਰਾ ਉਸ ਵੇਲੇ ਹੀ ਹੁੰਦਾ ਹੈ ਜਦੋਂ ਉਸ ਪੂਰਨ ਪ੍ਰਭੂ ਦੇ ਨਾਲ ਅਭੇਦ ਹੋ ਜਾਵੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਹਜ਼ੂਰ ਕਹਿੰਦੇ ਗੁਰ ਪੂਰਾ ਪੂਰਾ ਪਾਇਆ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਹ ਪੂਰਾ ਹੋ ਗਿਆ। ਇਹਦਾ ਮਤਲਬ ਪੂਰਨ ਪ੍ਰਭੂ ਦਾ ਰੂਪ ਹੋ ਗਿਆ। ਕਿਵੇਂ? ਜਪ ਨਾਨਕ ਸੱਚਾ ਸੋਏ, ਵੀ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹ ਵਾਹਿਗੁਰੂ ਦਾ ਰੂਪ ਹੋ ਗਿਆ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ, ਜਿਉ ਜਲ ਹੀ ਬਿਖੈ ਸਮਾਹੇ। ਜਿਵੇਂ ਪਾਣੀ ਦੀ ਲਹਿਰ ਪਾਣੀ ਦਾ ਰੂਪ ਹੋ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਜਨ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ। ਪਰ ਕਿਵੇਂ? ਜਪ ਨਾਨਕ ਸੱਚਾ ਸੋਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪ ਕੇ ਉਹ ਪੂਰੇ ਹੁੰਦੇ ਹਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਨੂੰ ਸਾਰੇ ਸੁੱਖਾਂ ਦੇ ਵਿੱਚੋਂ ਵੱਡੇ ਸੁੱਖ ਕਿਵੇਂ ਪ੍ਰਾਪਤ ਹੋ ਸਕਦੇ ਨੇ ਤੇ ਦਰਗਾਹੀ ਸਨਮਾਨ ਕਿਵੇਂ ਹਾਸਲ ਹੋ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਮਨ ਮੇਰੇ ਏਕੋ ਨਾਮ ਤੇ ਆਏ, ਕਿ ਐ ਮੇਰੇ ਮਨ, ਤੂੰ ਹੋਰ ਸਾਰੇ ਕੰਮ ਛੱਡ, ਕੇਵਲ ਇੱਕੋ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ। ਨਾਨਕ ਹੈ ਘਰ
ਕੇਵਲ ਨਾਮ। ਗੁਰੂ ਘਰ ਦੇ ਵਿੱਚ ਤਾਂ ਕੇਵਲ ਨਾਮ ਦੀ ਹੀ ਗੱਲ ਹੈ। ਇੱਕੋ ਨਾਮ ਤੇ ਆਏ, ਇਸ ਲਈ ਤੂੰ ਇੱਕ ਨਾਮ ਨੂੰ ਤੇ ਆ। ਇਹਦਾ ਫਲ ਕੀ ਹੋਵੇਗਾ? ਸਰਬ ਸੁਖਾ ਸੁਖ ਉਪਜੈ। ਸਾਰੇ ਸੁੱਖਾਂ ਵਿੱਚੋਂ ਵੱਡੇ ਸੁੱਖ ਪ੍ਰਗਟ ਹੋ ਜਾਣਗੇ ਅਤੇ ਇਹਦੇ ਨਾਲ ਨਾਲ ਇਹ ਵੀ ਨਾਮ ਜਪਣ ਦਾ ਫਲ ਪ੍ਰਾਪਤ ਹੋਵੇਗਾ। ਦਰਗਹਿ ਪੈਦਾ ਜਾਏ। ਤੂੰ ਦਰਗਾਹ ਦੇ ਵਿੱਚ ਵੀ, ਪੈਦਾ ਦਾ ਅਰਥ ਹੈ ਸਤਕਾਰਿਆ ਹੋਇਆ ਜਾਵੇਗਾ। ਇਹਦਾ ਮਤਲਬ ਇਹ ਹੈ ਇੱਥੇ ਵੀ ਸਾਰੇ ਸੁੱਖ ਤੈਨੂੰ ਮਿਲਣਗੇ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਤੈਨੂੰ ਸਤਕਾਰ ਮਿਲੇਗਾ, ਸਰੋਪਾਓ ਮਿਲਣਗੇ। ਨਾਮ ਸਿਮਰਨ ਦੁਆਰਾ ਲੋਕ ਦਾ ਤੇ ਪਰਲੋਕ ਦਾ ਸੁੱਖ ਤੇ ਸਤਕਾਰ ਤੈਨੂੰ ਮਿਲ ਸਕਦਾ ਹੈ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਗੁਰ ਪੂਰਾ ਪੂਰਾ ਪਾਇਆ। ਹੁਣ ਇਸ ਤੋਂ ਅੱਗੇ ਵਿਚਾਰ ਆਰੰਭ ਕਰਦੇ ਹਨ। ਜਿਨ ਸਤਿਗੁਰ ਸਿਉ ਚਿਤ ਲਾਇਆ, ਗੁਰਮੁਖੋ ਜਿਨ੍ਹਾਂ ਨੇ ਆਪਣੇ ਸੱਚੇ ਸਤਿਗੁਰੂ ਦੇ ਨਾਲ ਚਿਤ ਜੋੜਿਆ ਹੈ, ਸੇ ਪੂਰੇ ਪ੍ਰਧਾਨ, ਉਹ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪੂਰੇ ਪ੍ਰਧਾਨ, ਉਹ ਪੂਰੇ ਮੁਖੀਏ ਤੇ ਪੂਰੇ ਜਥੇਦਾਰ ਬਣ ਗਏ ਹਨ। ਜਿਨ ਕਾ ਆਪ ਦਇਆਲੇ ਹੋਏ, ਤਿਨ ਉਪਜੈ ਮਨ ਗਿਆਨ। ਤੇ ਫਿਰ ਉਹਨਾਂ ਦੀ ਅਵਸਥਾ ਕਿਹੋ ਜੀ ਬਣ ਜਾਂਦੀ ਹੈ? ਹਜ਼ੂਰ ਕਹਿੰਦੇ ਨੇ, ਜਿਨ ਕੋ ਆਪ ਦਇਆਲ ਹੋਏ, ਜਿਨ੍ਹਾਂ ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਗੁਰੂ ਪਰਮੇਸ਼ਰ ਦਿਆਲ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਤਿੰਨ ਉਪਜੈ ਮਨ ਗਿਆਨ। ਫਿਰ ਉਹਨਾਂ ਦੇ ਮਨ ਦੇ ਵਿੱਚ ਦੈਵੀ ਗਿਆਨ ਪ੍ਰਗਟ ਹੋ ਜਾਂਦਾ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਦੈਵੀ ਗਿਆਨ, ਆਤਮਕ ਗਿਆਨ, ਬ੍ਰਹਮ ਗਿਆਨ ਪੈਦਾ ਹੋ ਜਾਵੇ ਤੇ ਉਹੀ ਭਾਈ ਸਭ ਤੋਂ ਪ੍ਰਧਾਨ ਬਣਦੇ ਹਨ। ਜਿਨ ਕਾ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮੱਥੇ ਤੇ ਕੋਈ ਚੰਗਾ ਭਾਗ ਲਿਖਿਆ ਹੁੰਦਾ ਹੈ, ਤਿਨ ਪਾਇਆ ਹਰ ਨਾਮ, ਤੇ ਉਹਨਾਂ ਨੇ ਹੀ ਗੁਰੂ ਦੇ ਪਾਸੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾ ਸੁਖ ਉਪਜਹਿ, ਦਰਗਹਿ ਪੈਦਾ ਜਾਏ। ਰਹਾਉ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਹੈ ਕਿ ਐ ਮੇਰੇ ਮਨ ਤੋਂ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆ। ਇਹਦਾ ਫਲ ਸਰਬ ਸੁੱਖਾਂ ਸੁੱਖ ਉਪਜੈ। ਸਾਰੇ ਸੁੱਖਾਂ ਵਿੱਚੋਂ ਸ਼੍ਰੋਮਣੀ ਸੁੱਖ, ਵੱਡੇ ਸੁੱਖ ਤੈਨੂੰ ਪ੍ਰਾਪਤ ਹੋਣਗੇ। ਨਾਲ ਹੀ ਦਰਗਹਿ ਪੈਦਾ ਜਾਏ, ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਤਕਾਰਿਆ ਹੋਇਆ ਜਾਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਜਨਮ ਮਰਨ ਕਾ ਭਉ ਗਿਆ, ਪਾਉ ਭਗਤ ਗੋਪਾਲ। ਉਸ ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਾਉ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ ਕਰਦਿਆਂ ਹੋਇਆਂ। ਜਨਮ ਮਰਨ ਕਾ ਭਉ ਗਿਆ, ਜਨਮ ਤੇ ਮਰਨ ਦਾ ਸਾਡਾ ਸਾਰਾ ਹੀ ਡਰ, ਭਾਉ, ਖੌਫ ਦੂਰ ਹੋ ਗਿਆ ਹੈ। ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਿਪਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧ ਸੰਗਤ ਦੀ ਕਿਰਪਾ ਨਾਲ ਇਹ ਸਾਡਾ ਜੀਵਨ ਵੀ ਨਿਰਮਲ ਹੋ ਗਿਆ, ਅਥਵਾ ਸਾਧੂ ਸੰਗਤ, ਗੁਰੂ ਦੀ ਸੰਗਤ ਨਾਲ ਸਾਡਾ ਮਨ ਵੀ ਨਿਰਮਲ ਹੋ ਗਿਆ ਹੈ। ਆਪ ਕਰੇ ਪ੍ਰਤਪਾਲ। ਹੁਣ ਸਾਨੂੰ ਇਸ ਗੱਲ ਤੇ ਯਕੀਨ ਹੋ ਗਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਜਨਮ ਮਰਨ ਕੀ ਮਲ ਕੱਟੀਐ, ਗੁਰ ਦਰਸ਼ਨ ਦੇਖ ਨਿਹਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਜਨਮ ਤੇ ਮਰਨ ਦੀ ਮੈਲ ਹੈ, ਜਨਮ ਤੇ ਮਰਨ ਦੀ ਮੈਲ ਅਥਵਾ ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਜਿੰਨੇ ਵੀ ਪਾਪ ਕਰਮ ਕਰਦੇ ਹਾਂ, ਉਹਨਾਂ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ, ਉਹ ਵੀ ਕੱਟੀ ਜਾਂਦੀ ਹੈ। ਮਲ ਜਨਮ ਜਨਮ ਦੀ ਕੱਟੀ ਹੈ। ਕਿਵੇਂ? ਗੁਰਦਰਸ਼ਨ ਦੇਖ ਨਿਹਾਲ, ਗੁਰੂ ਦੇ ਦਰਸ਼ਨ ਦੇਖ ਕੇ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਭਾਵਨਾ ਨਾਲ, ਭਰੋਸੇ ਨਾਲ, ਸਿਦਕ ਨਾਲ,
ਪ੍ਰੇਮ ਦੇ ਨਾਲ ਸਤਿਗੁਰੂ ਦੀ ਆ ਕੇ ਦਰਸ਼ਨ ਦੀਦਾਰ ਕਰਦਾ ਹੈ ਤੇ ਫਿਰ ਉਹ ਨਿਹਾਲ ਹੋ ਜਾਂਦਾ ਹੈ। ਕਿਉਂ? ਉਸ ਦੇ ਜਨਮਾਂ ਦੀ ਤੇ ਨਾਲ ਜਨਮ ਤੋਂ ਲੈ ਕੇ ਮਰਨ ਤੱਕ ਦੀ ਸਾਰੇ ਪਾਪ ਰੂਪ ਕਰਮਾਂ ਦੀ ਮੈਲ ਕੱਟੀ ਜਾਂਦੀ ਹੈ। ਆਨ ਥਨੰਤਰ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਏ। ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਤਾਂ ਹਜ਼ੂਰ ਕਹਿੰਦੇ ਥਾਨ ਥਨੰਤਰ ਰਵ ਰਹਿਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਪਾਰ ਬ੍ਰਹਮ ਪ੍ਰਭ ਸੋਏ। ਉਹ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਤੇ ਪ੍ਰਭੂ ਦਾ ਅਰਥ ਉਹ ਸਰਬ ਸ਼ਕਤੀਮਾਨ ਵੀ ਹੈ ਤੇ ਉਹ ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਰੇ ਜੀਵਾਂ ਦਾ ਦਾਤਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਪਿੱਛੇ ਬਚਨ ਆਏ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਸ ਨੂੰ ਵੱਡਾ ਦਾਤਾ ਵੀ ਆਖਿਆ, ਵੱਡਾ ਦਾਤਾ ਤਿਲ ਨਾ ਤਮਾਏ। ਕਲਗੀਧਰ ਪਾਤਸ਼ਾਹ ਨੇ ਵੀ ਉਸ ਬਾਰੇ ਲਿਖਿਆ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ पोखत है जल में थल में पल में कल के नी कर्म विचारा दीन दयाल दयानिध दोखन देखत है पर देत ना हारै। ਉਹ ਐਸਾ ਦਾਤਾ ਹੈ ਵੀ ਸਾਡੇ ਦੋਸ਼ਾਂ ਨੂੰ ਵੀ ਦੇਖ ਰਿਹਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਪਰ ਉਹ ਦੇਣ ਵਾਲੀਓ ਨਹੀਂ ਹਟਦਾ। ਹਜ਼ੂਰ ਫਰਮਾਉਂਦੇ ਨੇ ਸਭਨਾ ਦਾਤਾ ਏਕ ਹੈ। ਸਾਰੇ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਹੈ, ਦੂਜਾ ਨਾਹੀ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਦੂਜਾ ਦਾਤਾ ਨਹੀਂ ਹੈ। ਇਸ ਸ਼ਰਨ ਆਏ ਛੁੱਟਿਐ ਕੀਤਾ ਲੋੜ ਸੋ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਛੁੱਟੀਐ ਛੁਟਕਾਰਾ ਪ੍ਰਾਪਤ ਕਰੀਦਾ ਹੈ, ਮੁਕਤੀ ਹਾਸਲ ਕਰੀਦੀ ਹੈ। ਕੀਤਾ ਲੋੜੇ ਸੋ ਹੋਏ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਨਾ ਚਾਹੁੰਦਾ ਹੈ ਤੇ ਭਾਈ ਉਹੀ ਹੁੰਦਾ ਹੈ। ਇਸ ਲਈ ਸਾਨੂੰ ਉਹਦੇ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਹੀ ਪ੍ਰਸੰਨ ਰਹਿਣਾ ਚਾਹੀਦਾ ਹੈ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ, ਸੇ ਪੂਰੇ ਪ੍ਰਧਾਨ। ਉਹ ਭਾਈ ਪੂਰਨ ਮਹਾਂਪੁਰਖ ਨੇ ਤੇ ਉਹੀ ਪ੍ਰਧਾਨ ਸਭ ਤੋਂ ਮੋਹਰੀ ਹਨ, ਭਾਵ ਸਭ ਤੋਂ ਮੁਖੀ ਹਨ। ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ। ਪਰ ਉਹਨਾਂ ਮਹਾਂਪੁਰਖਾਂ ਦੀ ਸੋਭਾ ਬਹੁਤ ਹੀ ਨਿਰਮਲ ਹੋ ਜਾਂਦੀ ਹੈ ਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਪ੍ਰਗਟ ਪਈ ਜਹਾਨ। ਸਾਰੇ ਸੰਸਾਰ ਦੇ ਅੰਦਰ ਉਹਨਾਂ ਮਹਾਂਪੁਰਖਾਂ ਦੀ ਨਿਰਮਲ ਸੋਭਾ ਪ੍ਰਗਟ ਹੋ ਜਾਂਦੀ ਹੈ। ਭਾਵ ਸਾਰੇ ਲੋਕਾਂ ਵਿੱਚ, ਸਾਰੇ ਸੰਸਾਰ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀ ਸੋਭਾ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਉਸ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਆਇਆ ਹੈ, ਨਾਨਕ ਤਿਨ ਕੁਰਬਾਨ। ਅਸੀਂ ਉਹਨਾਂ ਗੁਰਮੁਖਾਂ ਤੋਂ, ਉਹਨਾਂ ਸਤਿਪੁਰਸ਼ਾਂ ਤੋਂ, ਉਹਨਾਂ ਨਾਮ ਰਸੀਆਂ ਤੋਂ ਹਮੇਸ਼ਾ ਲਈ ਕੁਰਬਾਨ ਜਾਣੇ ਹਾਂ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁਖ ਗਿਆ ਹਰ ਸੁਖ ਵਸਿਆ ਮਨ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਬੜੇ ਯਤਨ ਕਰਦੇ ਹਾਂ ਸਾਨੂੰ ਸੁਖ ਪ੍ਰਾਪਤ ਹੋਵੇ, ਪਰ ਸਾਡੇ ਯਤਨ ਕੀਤਿਆਂ ਵੀ ਸਾਨੂੰ ਸੁਖ ਨਹੀਂ ਮਿਲਦਾ, ਤੇ ਆਪ ਕਿਰਪਾ ਕਰੋ ਸਾਨੂੰ ਦੱਸੋ ਅਸਲੀ ਸੁਖ ਕਿਵੇਂ ਪ੍ਰਾਪਤ ਹੋ ਸਕਦਾ ਹੈ।
ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਐ ਮੇਰੇ ਮਨ, ਜੇ ਤੂੰ ਚਾਹੁੰਦਾ ਮੈਨੂੰ ਸੱਚਾ ਸੁਖ, ਸदैवी ਸੁਖ ਪ੍ਰਾਪਤ ਹੋ ਜਾਵੇ, ਗੁਰ ਸ਼ਬਦੀ ਸੁਖ ਹੋਏ। ਉਹ ਗੁਰੂ ਸ਼ਬਦ ਨਾਲ ਜੁੜ ਕੇ, ਗੁਰੂ ਦੇ ਬਖਸ਼ੇ ਨਾਮ ਦੇ ਨਾਲ ਜੁੜ ਕੇ ਉਹ ਅਸਲੀ ਸੁਖ, ਸੱਚਾ ਸੁਖ ਪ੍ਰਾਪਤ ਹੋ ਸਕਦਾ ਹੈ। ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ। ਤੇ ਨਾਲ ਇਸ ਗੱਲ ਤੇ ਵੀ ਯਕੀਨ ਕਰ, ਜਿਹੜਾ ਵੀ ਗੁਰਸਿੱਖ ਮਾਈ ਪਾਈ ਪੂਰੇ ਗੁਰੂ ਦੀ ਚਾਕਰੀ ਸੇਵਾ ਭਗਤੀ ਕਰਦਾ ਹੈ, ਬਿਰਥਾ ਜਾਏ ਨਾ ਕੋਏ, ਉਹ ਕਦੇ ਖਾਲੀ ਨਹੀਂ ਜਾਂਦਾ। ਉਹਦੇ ਮਨ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਜਿਤੜੇ ਫਲ ਮਨ ਬੰਸ਼ੀਆ ਤਿਤੜੇ ਸਤਿਗੁਰ ਪਾਸ। ਕਿਸੇ ਵੀ ਇੱਛਾ ਨੂੰ ਲੈ ਕੇ ਕੋਈ ਪੂਰੇ ਗੁਰੂ ਦੀ ਸੇਵਾ ਕਰੇ ਤੇ ਉਹਦੀ ਇੱਛਾ ਪੂਰੀ ਹੁੰਦੀ, ਕੋਈ ਖਾਲੀ ਨਹੀਂ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਿਲ ਸਤਿਗੁਰ ਸਭ ਦੁੱਖ ਗਿਆ। ਗੁਰਮੁਖੋ, ਸਤਿਗੁਰੂ ਦੇ ਨਾਲ ਮਿਲ ਕੇ ਸਾਡਾ ਤੇ ਸਾਰਾ ਹੀ ਦੁੱਖ ਚਲਿਆ ਗਿਆ। ਹਰ ਸੁਖ ਵਸਿਆ ਮਨ ਆਏ, ਤੇ ਵਾਹਿਗੁਰੂ ਦੇ ਨਾਮ ਦਾ ਸੁਖ ਸਾਡੇ ਮਨ ਦੇ ਵਿੱਚ ਆ ਕੇ ਵਸ ਗਿਆ ਹੈ। ਅੰਤਰ ਜੋਤ ਪ੍ਰਗਾਸਿਆ, ਏਕਸ ਸਿਉ ਲਿਵ ਲਾਏ। ਹੁਣ ਸਾਡੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਪ੍ਰਕਾਸ਼ ਹੋ ਗਿਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸਾਡੇ ਮਨ ਦਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਦਾ ਅਸਲੀ ਮੂਲ ਰੂਪ ਜੋਤੀ ਸਰੂਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਹਜ਼ੂਰ ਕਹਿੰਦੇ ਸਾਡੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਗਿਆ ਹੈ। ਏਕ ਸਿਉ ਲਿਵ ਲਾਏ। ਹੁਣ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਅਸੀਂ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਾਂ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਿਲ ਸਾਧੂ, ਇੱਥੇ ਸਾਧੂ ਸਤਿਗੁਰੂ ਦਾ ਵਾਚਕ ਹੈ। ਬਈ ਸਤਿਗੁਰੂ ਨੂੰ ਮਿਲ ਕੇ ਸਾਡਾ ਮੁਖ ਉਜਲਾ ਹੋ ਗਿਆ ਹੈ। ਪੂਰਬ ਲਿਖਿਆ ਪਾਏ, ਅਸੀਂ ਕੋਈ ਪਹਿਲੇ ਚੰਗੇ ਕਰਮ ਦਾ ਲੇਖ ਲਿਖਿਆ ਹੋਇਆ ਸੀ, ਜਿਸ ਦਾ ਫਲ ਅਸਾਂ ਇਹ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ, ਪੂਰਬਲੇ ਪੁੰਨ ਕਰਮਾਂ ਦਾ ਸਦਕਾ ਹੀ ਸਾਨੂੰ ਸਤਿਗੁਰੂ ਦੇ ਦਰਸ਼ਨ ਦੀਦਾਰ ਹੋਏ ਹਨ।